2020 ਦੇ ਅਨੁਸਾਰ ਅਸੀਂ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਅਪਰੋਕਸੀਮੇਟਲੀ 13,50,000 ਦੇ ਆਸ-ਪਾਸ ਲੋਕਾਂ ਨੂੰ ਨਿਊ ਕੈਂਸਰ ਡਿਟੈਕਟ ਹੋਇਆ ਸੀ। ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਜਿਹੜਾ ਹੈਗਾ ਉਹ ਤਕਰੀਬਨ 25 ਲੱਖ ਦੇ ਆਸ-ਪਾਸ ਲੋਕਾਂ ਨੂੰ ਆਪਣਾ ਸ਼ਿਕਾਰ ਹਿੰਦੁਸਤਾਨ ਵਿੱਚ ਬਣਾ ਲਿਆ। ਦੇਖੋ, ਕੈਂਸਰ ਹੋਣ ਦੇ ਕਈ ਕਾਰਨ ਹੈ। ਕੁਝ ਕਾਰਨ ਆਪਾਂ ਨੂੰ ਪਤਾ ਹੈ, ਕੁਝ ਕਾਰਨਾਂ ਦਾ ਹਜੇ ਤੱਕ ਆਪਾਂ ਨੂੰ ਪਤਾ ਨਹੀਂ ਲੱਗਿਆ ਹੈ। ਜਿਵੇਂ ਬ੍ਰੈਸਟ ਕੈਂਸਰ ਦੀ ਕਹੇ ਤਾਂ ਇੱਕ ਬਰਾਕਾ ਜੀਨ ਹੁੰਦੀ ਹੈ। ਅਗਰ ਉਹ ਜੀਨ ਮਿਊਟੇਟਡ ਹੈ ਤਾਂ ਫੀਮੇਲਸ 'ਚ ਬ੍ਰੈਸਟ ਕੈਂਸਰ ਹੋਣ ਦਾ ਰਿਸਕ ਅਬਾਊਟ 50 to 70% ਹੋ ਜਾਂਦਾ ਹੈ ਓਵਰ ਹਰ ਲਾਈਫ ਟਾਈਮ। ਆਦਮੀਆਂ 'ਚ ਔਰ ਔਰਤਾਂ 'ਚ ਜਿਹੜਾ ਹੈਗਾ ਉਹ ਕੈਂਸਰ ਵੱਖ-ਵੱਖ ਤਰੀਕੇ ਦਾ ਹੁੰਦਾ ਹੈ। ਇਸ ਤੋਂ ਇਲਾਵਾ ਜੇ ਅਗਰ ਬਹੁਤ ਜ਼ਿਆਦਾ ਫੈਲ ਗਿਆ ਹੈ ਤਾਂ ਫਿਰ ਉਹ ਪੂਰੀ ਬਾਡੀ ਦੇ ਸਿੰਪਟਮਸ ਅਲੱਗ ਤਰੀਕੇ ਦੇ ਹੁੰਦੇ, ਜਿਵੇਂ weight loss ਹੋ ਗਿਆ ਐਂਡ ਭੁੱਖ ਨਾ ਲੱਗਣਾ, ਉਹ ਸਾਰੇ ਸਿੰਪਟਮਸ। ਲੇਕਿਨ ਅੱਜ ਦੇ ਦੌਰ ਵਿੱਚ ਡਾਕਟਰ ਸਾਹਿਬ ਇਹ ਵੀ ਦੇਖਿਆ ਗਿਆ ਕਿ ਕਈ ਛੋਟੇ-ਛੋਟੇ ਬੱਚੇ ਜਿਨ੍ਹਾਂ ਨੇ ਹਾਲੇ ਜ਼ਿੰਦਗੀ ਸ਼ੁਰੂ ਕੀਤੀ ਹੈ ਤੇ ਉਹ ਵੀ ਕੈਂਸਰ ਦਾ ਸ਼ਿਕਾਰ ਹੋਏ ਨਜ਼ਰ ਆਉਂਦੇ ਨੇ। ਤੇ ਇਹਨਾਂ ਦੇ ਮੇਨਲੀ ਜੈਨੇਟਿਕ ਰੀਜ਼ਨਸ ਹੀ ਹੁੰਦੇ ਹੈ ਜੋ ਉਸ ਕਰਕੇ ਕੈਂਸਰ ਹੋ ਗਿਆ ਹੈ। ਜੀ ਨਮਸਤੇ, ਸਤਿ ਸ੍ਰੀ ਅਕਾਲ। ਟੀਵੀ ਪੰਜਾਬ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਖਾਸ ਪ੍ਰੋਗਰਾਮ ਹੈਲਥ ਮੰਤਰਾ ਦੇ ਵਿੱਚ, ਜਿਸ ਦੇ ਤਹਿਤ ਕੋਈ ਨਾ ਕੋਈ ਮਾਹਰ ਡਾਕਟਰ ਜਿਹੜੇ ਨੇ ਉਹ ਸਾਡੇ ਸ਼ੋਅ ਵਿੱਚ ਆ ਕੇ ਦਰਸ਼ਕਾਂ ਨੂੰ ਜਾਣਕਾਰੀ ਦਿੰਦੇ ਨੇ ਅਤੇ ਸਹੀ ਇਲਾਜ ਬਾਰੇ ਦੱਸਦੇ ਨੇ। ਉਹਨਾਂ ਕਈ ਗੰਭੀਰ ਬਿਮਾਰੀਆਂ ਦਾ ਜਿਹੜੇ ਲੋਕ ਉਹਨਾਂ ਦੇ ਨਾਲ ਜੂਝ ਰਹੇ ਹੁੰਦੇ ਨੇ। ਬਹਰਹਾਲ ਅਗਰ ਅੱਜ ਦੇ ਇਸ ਪ੍ਰੋਗਰਾਮ ਦੀ ਗੱਲ ਕੀਤੀ ਜਾਵੇ ਤਾਂ ਹੈਲਥ ਮੰਤਰਾ ਦੇ ਤਹਿਤ ਸਾਡੇ ਨਾਲ ਮੌਜੂਦ ਨੇ ਅੰਕੋਲੋਜੀ ਯਾਨੀ ਕੈਂਸਰ ਸਪੈਸ਼ਲਿਸਟ ਡਾਕਟਰ ਅਸ਼ਵਨੀ ਸਚਦੇਵਾ ਜੀ। ਜੀ ਡਾਕਟਰ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਤਹਿਤ। ਥੈਂਕ ਯੂ ਡਾਕਟਰ ਸਾਹਿਬ, ਸਭ ਤੋਂ ਪਹਿਲੀ ਗੱਲ ਅਸੀਂ ਜਾਣਨਾ ਚਾਹਾਂਗੇ ਕਿ ਕੈਂਸਰ ਵਰਗੀ ਜਿਹੜੀ ਬਿਮਾਰੀ ਹੈ ਇਹ ਕਿੰਨੇ ਕੁ ਲੋਕਾਂ ਨੂੰ ਆਪਣਾ ਸ਼ਿਕਾਰ ਹਿੰਦੁਸਤਾਨ ਦੇ ਵਿੱਚ ਹੁਣ ਤੱਕ ਬਣਾ ਚੁੱਕੀ ਹੈ, ਅੰਦਾਜ਼ਾ ਉਸ ਦੇ ਹਿਸਾਬ ਨਾਲ, ਤੇ ਕਿੰਨੇ ਹੀ ਲੋਕ ਨੇ ਜਿਹੜੇ ਕੈਂਸਰ ਦੇ ਕਰਕੇ ਆਪਣੀ ਜਾਨ ਜਿਹੜੀ ਹੈਗੀ ਹੈ ਉਹ ਗਵਾ ਚੁੱਕੇ ਨੇ? 2020 ਦੇ ਅਨੁਸਾਰ ਅਸੀਂ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਅਪਰੋਕਸੀਮੇਟਲੀ 13,50,000 ਦੇ ਆਸ-ਪਾਸ ਲੋਕਾਂ ਨੂੰ ਨਿਊ ਕੈਂਸਰ ਡਿਟੈਕਟ ਹੋਇਆ ਸੀ। ਉਸ ਤੋਂ ਬਾਅਦ ਉਸ 'ਚ ਮਰਨ ਵਾਲੇ ਨਾਟ ਨੈਸੈਸਰੀਲੀ ਉਹਨਾਂ ਜਿਨ੍ਹਾਂ 'ਚ ਡਿਟੈਕਟ ਹੋਇਆ, ਬਟ ਇਨ 2020 ਅਬਾਊਟ 8 ਲੱਖ ਪੀਪਲ ਡਾਈਡ ਆਫ ਕੈਂਸਰ, ਜਿਨ੍ਹਾਂ ਨੂੰ ਪਹਿਲਾਂ ਵੀ ਡਾਇਗਨੋਜ਼ ਹੋਇਆ ਹੋ ਸਕਦਾ ਹੈ ਇਹਨਾਂ ਉਸ ਹਿਸਾਬ ਨਾਲ। ਅਬਾਊਟ ਇੱਕ ਟਾਈਮ ਤੇ ਗੱਲ ਕਰੋ ਤਾਂ ਅਬਾਊਟ 20 to 25 lakhs people they are detected with cancer। ਦੋਸਤੋ, ਇਹ ਆਪਣੇ ਆਪ ਵਿੱਚ ਵੱਡੀ ਚਿੰਤਾ ਦਾ ਵਿਸ਼ਾ ਹੈਗਾ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਜਿਹੜਾ ਹੈਗਾ ਉਹ ਤਕਰੀਬਨ 25 ਲੱਖ ਦੇ ਆਸ-ਪਾਸ ਲੋਕਾਂ ਨੂੰ ਆਪਣਾ ਸ਼ਿਕਾਰ ਹਿੰਦੁਸਤਾਨ ਵਿੱਚ ਬਣਾ ਲਿਆ। ਯਾਨੀ ਕਿ ਜਿਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਹੈ, ਜਿਹੜੇ ਕੈਂਸਰ ਦੀ ਬਿਮਾਰੀ ਨਾਲ ਜੂਝਦੇ ਹੋਏ ਜਿਹੜਾ ਹੈਗਾ ਉਹ ਦਵਾਈਆਂ ਖਾ ਰਹੇ ਨੇ ਜਾਂ ਉਸ ਦਾ ਵੱਖ-ਵੱਖ ਤਰੀਕੇ ਨਾਲ ਇਲਾਜ ਕਰਵਾ ਰਹੇ ਨੇ। ਲੇਕਿਨ ਡਾਕਟਰ ਸਾਹਿਬ, ਕੈਂਸਰ ਜਿਹੜੀ ਬਿਮਾਰੀ ਹੈ ਇਸ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਦਾ ਹੋਣ ਦਾ ਮੁੱਖ ਕਾਰਨ ਜਿਹੜੇ ਹੈਗੇ ਆ ਉਹ ਕਿਹੜੇ-ਕਿਹੜੇ ਹੋ ਸਕਦੇ ਨੇ, ਜਾਂ ਕੈਂਸਰ ਜਿਹੜਾ ਹੈਗਾ ਕਿਉਂ ਪੈਦਾ ਹੁੰਦਾ ਇਨਸਾਨ ਦੀ ਬਾਡੀ ਵਿੱਚ? ਦੇਖੋ, ਕੈਂਸਰ ਹੋਣ ਦੇ ਕਈ ਕਾਰਨ ਹੈ। ਕੁਝ ਕਾਰਨ ਆਪਾਂ ਨੂੰ ਪਤਾ ਹੈ, ਕੁਝ ਕਾਰਨਾਂ ਦਾ ਹਜੇ ਤੱਕ ਆਪਾਂ ਨੂੰ ਪਤਾ ਨਹੀਂ ਲੱਗਿਆ ਹੈ। ਜਿਹੜੇ ਮੁੱਖ ਕਾਰਨ ਹੈ, ਜਿਵੇਂ ਮੂੰਹ ਦਾ ਕੈਂਸਰ ਹੈ, ਉਸ ਦਾ ਸਭ ਤੋਂ ਇੰਪੋਰਟੈਂਟ ਕਾਜ਼ ਹੈ ਦੈਟ ਇਜ਼ ਟੋਬੈਕੋ ਚੂਇੰਗ। ਟੋਬੈਕੋ ਚੂਇੰਗ ਕਿਸੇ ਵੀ ਤਰੀਕੇ ਨਾਲ, ਜਿਵੇਂ ਗੁਟਕਾ, ਖੈਨੀ ਜਾਂ ਫਿਰ ਸਮੋਕਿੰਗ, ਇਹ ਸਭ ਰੀਜ਼ਨ ਹੈ ਮਾਊਥ ਕੈਂਸਰ ਹੋਣ ਦੇ। ਉਸ ਤੋਂ ਇਲਾਵਾ ਲੰਗ ਕੈਂਸਰ ਹੈ ਜੋ ਕਿ ਕਾਫੀ ਪ੍ਰੈਵਲੈਂਟ ਹੈ ਅਮੰਗ ਬੋਥ ਮੈਨ ਐਂਡ ਵਿਮਨ, ਦੋਵਾਂ ਦੇ ਵਿੱਚ ਹੀ ਜ਼ਿਆਦਾ ਕਾਮਨ ਹੈ। ਤਾਂ ਉਸ ਦਾ ਇੱਕ ਸਭ ਤੋਂ ਫੋਰਮੋਸਟ ਰੀਜ਼ਨ ਹੈ ਸਮੋਕਿੰਗ ਇਨ ਦੀ ਫਾਰਮ ਆਫ ਸਿਗਰਟ, ਬੀੜੀ ਔਰ ਹੁੱਕਾ। ਇਹ ਕਿਸੇ ਵੀ ਤਰੀਕੇ ਨਾਲ ਅਗਰ ਸਮੋਕਿੰਗ ਕੀਤੀ ਜਾਵੇ ਤਾਂ ਉਹਦੇ ਨਾਲ ਲੰਗ ਕੈਂਸਰ ਹੋਣ ਦਾ ਵੀ ਰਿਸਕ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਜਿਵੇਂ ਹੋਰ ਵੀ ਕੈਂਸਰ ਹੈ, ਫੀਮੇਲ 'ਚ ਵੀ ਮੇਲ 'ਚ ਵੀ, ਉਹਨਾਂ ਦੇ ਅਲੱਗ-ਅਲੱਗ ਕਾਰਨ ਹੈ। ਇੱਕ ਕਾਰਨ ਤਾਂ ਹੋ ਗਿਆ ਜੈਨੇਟਿਕਸ, ਕਿ ਆਪਣਾ ਜੀਨਸ 'ਚ ਇੱਦਾਂ ਦੀ ਪ੍ਰੋਬਲਮ ਹੈ। ਕੁਛ ਇੱਕ ਜੀਨਸ ਇੱਦਾਂ ਦੇ ਡਿਫੈਕਟਿਵ ਜੀਨਸ ਕਹੇ ਜਾਣ ਤਾਂ ਜਿਹੜੇ ਟ੍ਰਾਂਸਫਰ ਹੋ ਰਹੇ ਆ, ਜੋ ਫੀਮੇਲ ਜਨਰੇਸ਼ਨ ਟੂ ਜਨਰੇਸ਼ਨ ਟ੍ਰਾਂਸਫਰ ਹੁੰਦੇ ਆ,
ਤਾਂ ਉਸ ਜੀਨ ਅਗਰ ਡਿਫੈਕਟਿਵ ਹੈ ਤੁਹਾਡੇ ਅੰਦਰ ਤੇ ਤੁਹਾਡੇ ਕੈਂਸਰ ਹੋਣ ਦਾ ਰਿਸਕ ਆਟੋਮੈਟਿਕਲੀ ਵੱਧ ਜਾਂਦਾ, ਈਵਨ ਤੁਹਾਡੇ ਸਾਰਾ ਲਾਈਫ ਸਟਾਈਲ ਇਜ਼ ਗੁੱਡ। ਜਿਵੇਂ ਬ੍ਰੈਸਟ ਕੈਂਸਰ ਦੀ ਕਹੇ ਤਾਂ ਇੱਕ ਬਰਾਕਾ ਜੀਨ ਹੁੰਦੀ ਹੈ, ਅਗਰ ਉਹ ਜੀਨ ਮਿਊਟੇਟਡ ਹੈ ਤਾਂ ਫੀਮੇਲਸ 'ਚ ਬ੍ਰੈਸਟ ਕੈਂਸਰ ਹੋਣ ਦਾ ਰਿਸਕ ਅਬਾਊਟ 50 to 70% ਹੋ ਜਾਂਦਾ ਹੈ ਓਵਰ ਹਰ ਲਾਈਫ ਟਾਈਮ। ਇਸੇ ਤਰੀਕੇ ਨੇ ਕਈ ਹੋਰ ਜੀਨਸ ਵੀ ਹੈ ਜੋ ਕਿ ਡਿਫੈਕਟਿਵ ਹੁੰਦੀ ਹੈ। ਕਿਸੇ ਕਾਰਨਾਂ 'ਚ ਆਪਾਂ ਨੂੰ ਪਤਾ ਹੁੰਦਾ ਕਿ ਫੈਮਲੀਜ਼ 'ਚ ਇਹ ਕੈਂਸਰ ਹੈ, ਬਟ ਆਪਾਂ ਨੂੰ ਕਈ ਵਾਰੀ ਉਸ ਐਗਜ਼ੈਕਟ ਜੀਨ ਦਾ ਨਹੀਂ ਪਤਾ, ਤਾਂ ਉਹਨਾਂ ਨੂੰ ਆਪਾਂ ਕਹਿੰਦੇ ਫੈਮੀਲੀਅਲ ਰੀਜ਼ਨਸ। ਫੈਮੀਲੀਅਲ ਕਾਰਨ ਵੀ ਹੁੰਦੇ ਅਬਾਊਟ 2 to 5% ਲੋਕਾਂ 'ਚ ਉਸ ਕਾਰਨ ਵੀ ਕੈਂਸਰ ਹੁੰਦਾ ਹੈ। ਇਸ ਤੋਂ ਇਲਾਵਾ ਆਪਣੀ ਲਾਈਫ ਸਟਾਈਲ ਹੈਬਿਟਸ ਹੋ ਗਈ, ਜਿਵੇਂ ਸੀਡੈਂਟਰੀ ਲਾਈਫ ਸਟਾਈਲ ਹੋ ਗਈ, ਜ਼ਿਆਦਾ ਆਪਣੀ ਲੈਕ ਆਫ ਐਕਸਰਸਾਈਜ਼ ਹੈ, ਦੈਟ ਇਜ਼ ਆਲਸੋ ਅ ਕਾਜ਼ ਫॉर ਕੈਂਸਰ। ਆਪਣਾ ਖਾਣ ਪੀਣਾ, ਜਿਵੇਂ ਮੋਰ ਫੈਟੀ ਡਾਇਟ ਐਂਡ along with less exercise, that is also a reason for increased cancer। ਬਾਕੀ ਖਾਣੇ 'ਚ ਆਪਣੇ ਔਰ ਪਾਣੀ 'ਚ ਵੀ ਪੋਲਿਊਸ਼ਨ ਇਨ ਦ ਸੈਂਸ ਆਫ ਪੈਸਟੀਸਾਈਡ, 에ਅਰ ਪੋਲਿਊਸ਼ਨ, ਇਹ ਸਾਰੇ ਰੀਜ਼ਨਸ ਹੈ ਜੋ ਕੰਟਰੀਬਿਊਟ ਕਰਦੇ ਹੈ, ਥੋੜਾ ਕੰਟਰੀਬਿਊਟ ਕਰਕੇ ਸਭ ਇੱਕ ਤਰੀਕੇ ਨਾਲ ਉਸ 'ਚ ਕੈਂਸਰ ਹੋਣ ਦਾ ਆਦਮੀ ਨੂੰ ਸ਼ਿਕਾਰ ਬਣਾਉਂਦੇ ਹੈ। ਬਹਰਹਾਲ ਜਿਸ ਤਰ੍ਹਾਂ ਤੁਸੀਂ ਡਾਕਟਰ ਸਾਹਿਬ ਗੱਲ ਕੀਤੀ ਕਿ ਆਦਮੀਆਂ 'ਚ ਔਰ ਔਰਤਾਂ 'ਚ ਜਿਹੜਾ ਹੈਗਾ ਉਹ ਕੈਂਸਰ ਵੱਖ-ਵੱਖ ਤਰੀਕੇ ਦਾ ਹੁੰਦਾ ਹੈ। ਗੱਲ ਅਗਰ ਔਰਤਾਂ ਵਿੱਚ ਪਾਏ ਜਾਣ ਵਾਲੇ ਸਭ ਤੋਂ ਕਾਮਨ ਕੈਂਸਰ ਬ੍ਰੈਸਟ ਕੈਂਸਰ ਦੀ ਕੀਤੀ ਜਾਵੇ ਤਾਂ ਇਹਦੇ ਲੱਛਣ ਕਿਸ ਤਰੀਕੇ ਦੇ ਹੁੰਦੇ ਨੇ, ਤਾਂ ਕਿ ਕੋਈ ਮਹਿਲਾ ਜਿਹੜੀ ਹੈ ਉਹ ਸਮਝ ਜਾਵੇ ਕਿ ਇਹ ਜਿਹੜੇ ਲੱਛਣ ਨੇ ਇਹ ਬ੍ਰੈਸਟ ਕੈਂਸਰ ਦੇ ਨੇ ਤੇ ਉਹਨੂੰ ਜਿਹੜਾ ਹੈਗਾ ਡਾਕਟਰ ਨਾਲ ਛੇਤੀ ਤੋਂ ਛੇਤੀ ਕੰਸਲਟ ਕਰਨਾ ਚਾਹੀਦਾ ਜਾਂ ਮਿਲਣਾ ਚਾਹੀਦਾ। ਬ੍ਰੈਸਟ ਕੈਂਸਰ ਦੇ ਲੱਛਣਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਕਾਮਨ ਲੱਛਣ ਹੈ ਬ੍ਰੈਸਟ 'ਚ ਕੋਈ ਮਾਸ ਜਾਂ ਗਿਲਟੀ ਮਹਿਸੂਸ ਹੋਣਾ। ਨਾਰਮਲੀ ਕੋਈ ਛੋਟੀ ਜਿਹੀ ਗਿਲਟੀ ਹੁੰਦੀ ਹੈ ਉਹ ਫੀਮੇਲਸ ਨਜ਼ਰਅੰਦਾਜ਼ ਕਰ ਦਿੰਦੀ, ਕਿਉਂਕਿ ਇਹ ਗਿਲਟੀ ਜੋ ਮਾਸ ਹੈ ਉਹ ਇਨੀਸ਼ੀਅਲੀ ਸਿੰਪਟਮਸ ਕੋਈ ਪ੍ਰੋਡਿਊਸ ਨਹੀਂ ਕਰਦਾ, ਇੱਕ ਸਿੰਪਲ ਜੀ ਕੋਈ ਗੰਢ ਜੀ ਮਹਿਸੂਸ ਹੁੰਦੀ ਹੈ, ਬਟ ਉਹਦੇ ਨਾਲ ਕੋਈ ਪੇਨ ਵਗੈਰਾ ਨਹੀਂ ਹੁੰਦਾ ਤਾਂ ਉਹ ਨਜ਼ਰਅੰਦਾਜ਼ ਕਰ ਦਿੰਦੇ, ਉਹ ਹੌਲੀ ਹੌਲੀ ਵੱਧਦੀ ਜਾਂਦੀ ਹੈ ਅਤੇ ਉਹ ਈਵਨ ਇਨਵੋਲਵਸ ਕਿ ਇੱਕ ਜਗ੍ਹਾ ਤੋਂ ਫੈਲ ਕੇ ਬਾਕੀ ਬਾਡੀ 'ਚ ਵੀ ਫੈਲ ਜਾਂਦੀ ਹੈ। ਅਤੇ ਇੱਕ ਤਾਂ ਸਭ ਤੋਂ ਪਹਿਲਾਂ ਹੋ ਗਿਆ ਕਿ ਕੋਈ ਮਾਸ ਗੰਢ ਬ੍ਰੈਸਟ 'ਚ ਮਹਿਸੂਸ ਹੋਣਾ। ਉਸ ਤੋਂ ਇਲਾਵਾ ਹੈ ਜਿਵੇਂ ਬ੍ਰੈਸਟ ਨਿੱਪਲ 'ਚ ਕੋਈ ਡਿਸਚਾਰਜ, ਬਲੱਡ ਜਾਂ ਪਸ ਇਸੇ ਤਰੀਕੇ ਦਾ ਕੋਈ ਵੀ ਪਾਣੀ ਜਾਂ ਨਿਕਲਣਾ, ਡਿਸਚਾਰਜ ਹੋਣਾ, ਉਹ ਵੀ ਇੱਕ ਸਿੰਪਟਮਸ ਹੈ। ਇਸ ਤੋਂ ਇਲਾਵਾ ਨਿੱਪਲ ਰਿਟਰੈਕਸ਼ਨ ਜਾਂ ਫਿਰ ਸਕਿਨ ਦੇ ਕੋਈ ਚੇਂਜਸ ਹੋਣਾ, ਸਕਿਨ 'ਚ ਅਲਸਰੇਸ਼ਨ ਹੋਣਾ, ਬਗਲ 'ਚ ਜਿਵੇਂ ਐਗਜ਼ਿਲਾ ਕਹਿੰਦੇ ਹੈ, ਬਗਲ 'ਚ ਕੋਈ ਮਾਸ ਜਾਂ ਗਿਲਟੀ ਮਹਿਸੂਸ ਹੋਣਾ, ਇਹ ਸਭ ਬ੍ਰੈਸਟ ਕੈਂਸਰ ਦੇ अर्ਲੀ ਡਿਟੈਕਸ਼ਨ ਸਾਈਨਸ ਹੈ। ਇਸ ਤੋਂ ਇਲਾਵਾ ਜੇ ਅਗਰ ਬਹੁਤ ਜ਼ਿਆਦਾ ਫੈਲ ਗਿਆ ਹੈ ਤਾਂ ਫਿਰ ਉਹ ਪੂਰੀ ਬਾਡੀ ਦੇ ਸਿੰਪਟਮਸ ਅਲੱਗ ਤਰੀਕੇ ਦੇ ਹੁੰਦੇ, ਜਿਵੇਂ weight loss ਹੋ ਗਿਆ ਐਂਡ ਭੁੱਖ ਨਾ ਲੱਗਣਾ, ਉਹ ਸਾਰੇ ਸਿੰਪਟਮਸ ਕਾਮਨ ਸਿੰਪਟਮਸ ਰਹਿੰਦੇ ਹੈ। ਡਾਕਟਰ ਸਾਹਿਬ ਅਗਰ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਲੋਕ ਤੰਬਾਕੂ ਦਾ ਸੇਵਨ ਕਰਦੇ ਨੇ ਜਾਂ ਜਿਹੜੇ ਲੋਕ ਜ਼ਰੂਰਤ ਤੋਂ ਜ਼ਿਆਦਾ ਸਿਗਰਟ ਦਾ ਸੇਵਨ ਕਰਦੇ ਨੇ ਉਹ ਕੈਂਸਰ ਦਾ ਸ਼ਿਕਾਰ ਹੋ ਸਕਦੇ ਨੇ, ਲੇਕਿਨ ਅੱਜ ਦੇ ਦੌਰ ਵਿੱਚ ਡਾਕਟਰ ਸਾਹਿਬ ਇਹ ਵੀ ਦੇਖਿਆ ਗਿਆ ਕਿ ਕਈ ਛੋਟੇ ਬੱਚੇ ਜਿਨ੍ਹਾਂ ਨੇ ਹਾਲੇ ਜ਼ਿੰਦਗੀ ਸ਼ੁਰੂ ਕੀਤੀ ਹੈ ਅਤੇ ਉਹ ਵੀ ਕੈਂਸਰ ਦਾ ਸ਼ਿਕਾਰ ਹੋਏ ਨਜ਼ਰ ਆਉਂਦੇ ਨੇ। ਉਹਦੇ ਵਿੱਚ ਕਿਸ ਤਰੀਕੇ ਦਾ ਕਾਰਨ ਤੁਸੀਂ ਸਮਝਦੇ ਹੋ, ਕਿਉਂ ਉਹਨਾਂ ਨੂੰ ਇਹ ਹੋ ਸਕਦਾ ਹੈ, ਉਹਦੇ ਵਿੱਚ ਮੁੱਖ ਚੀਜ਼ ਕੀ ਰਹੇਗੀ? ਹਾਂਜੀ, ਅਗਰ ਬੱਚਿਆਂ ਦੇ ਕੈਂਸਰ ਦੀ ਗੱਲ ਕੀਤੀ ਜਾਵੇ ਤਾਂ ਕਈ ਕੈਂਸਰ ਇੱਦਾਂ ਹੈ ਜਿਵੇਂ ਉਹ ਛੋਟੇ ਈਵਨ ਨਿਊਨੇਟਸ ਜਿਵੇਂ ਕਹੇ ਤਾਂ ਲੈਸ ਦੈਨ 1 ਈਅਰ, 1 to 5 ਈਅਰ, ਮੋਰ ਦੈਨ 5 ਈਅਰਸ, ਇਸ ਏਜ ਗਰੁੱਪ ਦੇ ਵੀ ਕਈ ਕੈਂਸਰ ਹੈ ਜੋ ਉਸੇ ਏਜ ਗਰੁੱਪ 'ਚ ਕਾਮਨ ਹੈ। ਜਿਵੇਂ ਗੱਲ ਕੀਤੀ ਜਾਵੇ ਤਾਂ ਕਿਡਨੀ ਦਾ ਇੱਕ ਕੈਂਸਰ ਹੈ, ਨੈਫਰੋਬਲਾਸਟੋਮਾ, ਵਿਲਮਸ ਟਿਊਮਰ, ਇਹ ਸਭ ਬਹੁਤ ਹੀ अर्ਲੀ ਏਜ 'ਚ ਹੁੰਦੇ ਹੈ ਅਤੇ ਇਹਨਾਂ ਦੇ ਮੇਨਲੀ ਜੈਨੇਟਿਕ ਰੀਜ਼ਨਸ ਹੀ ਹੁੰਦੇ ਹੈ ਜੋ ਉਸ ਕਰਕੇ ਕੈਂਸਰ ਹੋ ਗਿਆ ਹੈ। ਠੀਕ ਹੈ, ਆਲਦੋ ਕਈਆਂ 'ਚ ਆਪਾਂ ਨੂੰ ਉਹ ਪਰਟੀਕੂਲਰ ਜੀਨਸ ਦਾ ਪਤਾ ਹੁੰਦਾ ਹੈ, ਕਈਆਂ 'ਚ ਆਪਾਂ ਨੂੰ ਉਹ ਜੀਨ ਦਾ ਪਤਾ ਨਹੀਂ ਲੱਗਦਾ, ਬਟ ਮਿਕਸ ਕਰਕੇ ਤਾਂ ਉਹ ਜੈਨੇਟਿਕ ਕਾਰਨ ਹੀ ਹੁੰਦੇ ਆ। ਜਿਵੇਂ ਦੂਜਾ ਹੋ ਗਿਆ ਬੋਨ ਦਾ ਕੈਂਸਰ ਹੁੰਦਾ, ਉਹ ਵੀ ਇਸ ਏਜ ਗਰੁੱਪ 'ਚ ਅਰਾਊਂਡ 6 to 12 ਈਅਰਸ ਦੇ ਏਜ ਗਰੁੱਪ 'ਚ ਬੋਨ ਕੈਂਸਰ ਵੀ ਕਾਫੀ ਕਾਮਨ ਹੈ। ਮਤਲਬ ਹੱਡੀਆਂ ਦੇ ਵਿੱਚ ਕੈਂਸਰ, ਹੱਡੀਆਂ ਦਾ ਵੀ ਕੈਂਸਰ ਇੱਕ ਕਾਮਨ ਕੈਂਸਰ ਹੈ। ਅਤੇ ਡਾਕਟਰ ਸਾਹਿਬ ਅਗਰ ਜੈਨੇਟਿਕਲੀ ਹੋਣ ਵਾਲੇ ਜਾਂ ਬੱਚਿਆਂ ਵਿੱਚ ਹੋਣ ਵਾਲੇ ਜਿਨ੍ਹਾਂ ਕੈਂਸਰਸ ਦੀ ਤੁਸੀਂ ਗੱਲ ਕੀਤੀ ਅਤੇ ਜੇ अर्ਲੀ ਸਟੇਜ 'ਤੇ ਪਤਾ ਵੀ ਲੱਗ ਜਾਂਦਾ
ਤੇ ਕੀ ਉਹਦਾ ਇਲਾਜ ਸੰਭਵ ਹੈ? ਕੀ ਉਹ ਜ਼ਿੰਦਗੀ ਭਰ ਦੇ ਲਈ, ਹਮੇਸ਼ਾ ਦੇ ਲਈ ਖਤਮ ਕੀਤਾ ਜਾ ਸਕਦਾ? ਹਾਂਜੀ ਹਾਂਜੀ ਬਿਲਕੁਲ। ਬੱਚਿਆਂ ਦੇ ਕੈਂਸਰ ਜਿਵੇਂ ਜਿੰਨੇ ਜ਼ਿਆਦਾ ਹੁੰਦੇ ਆ ਉਹਨਾਂ ਦਾ ਇੱਕ ਪੋਜ਼ਿਟਿਵ ਐਸਪੈਕਟ ਇਹ ਹੈ ਕਿ ਉਹ ਇਲਾਜ ਤੋਂ ਵੀ ਸੈਂਸਿਟਿਵ ਹੁੰਦੇ ਆ। ਅਗਰ ਉਹਨਾਂ ਦਾ ਸਹੀ ਟਾਈਮ ਤੇ ਪੂਰਾ ਇਲਾਜ ਕੀਤਾ ਜਾਵੇ ਬੱਚਿਆਂ ਦੇ ਕੈਂਸਰ ਦਾ, ਤਾਂ ਉਹਨਾਂ ਦੀ ਕਿਉਰੇਬਿਲਿਟੀ ਰੇਟਸ ਹਾਈ ਹੈ ਐਜ਼ ਕੰਪੇਅਰ ਟੂ ਵੱਡਿਆਂ ਦੇ ਕੈਂਸਰ ਤੋਂ। ਠੀਕ ਹੈ, ਜਿਵੇਂ ਉਹਨਾਂ 'ਚ ਜ਼ਿਆਦਾ ਕਾਮਨ ਹੁੰਦੇ ਹੈ ਕਿਡਨੀ ਦਾ ਕੈਂਸਰ, ਬਲੱਡ ਕੈਂਸਰ, ਬ੍ਰੇਨ ਕੈਂਸਰ। ਠੀਕ ਹੈ, ਇਹ ਬੱਚਿਆਂ ਦੇ ਕੈਂਸਰ ਪੂਰੀ ਤਰ੍ਹਾਂ ਕਿਉਰੇਬਲ ਹੋਣ ਦੇ ਵੀ ਪ੍ਰੋਬੇਬਿਲਿਟੀ ਉਨੀ ਹੀ ਹਾਈ ਹੈ ਜਿੰਨਾ ਉਹਨਾਂ ਦੇ ਹੋਣ ਦੀ ਇੰਸੀਡੈਂਟ। ਡਾਕਟਰ ਸਾਹਿਬ, ਅਗਰ ਬ੍ਰੇਨ ਕੈਂਸਰ ਦੀ ਗੱਲ ਕੀਤੀ ਜਾਵੇ ਜਾਂ ਦੂਸਰੇ ਕੈਂਸਰ ਜਿਹੜੇ ਤੁਸੀਂ ਦੱਸੇ, ਇਹ ਅਗਰ ਵੱਡੀ ਏਜ ਦੇ ਬੰਦਿਆਂ 'ਚ ਹੁੰਦੇ ਹੈ ਤਾਂ ਅਗਰ ਉਹ ਸਮੇਂ ਸਿਰ ਰਹਿੰਦੇ, ਨਹੀਂ ਇਲਾਜ ਵੱਲ ਰੁਖ ਕਰਦੇ, ਉਹਨੂੰ ਇਗਨੋਰ ਕਰਦੇ ਰਹਿੰਦੇ ਨੇ, ਤਾਂ ਹੋਰ ਕਿਸ ਤਰੀਕੇ ਦੇ ਜਿਹੜੇ ਗੰਭੀਰ ਨਤੀਜੇ ਹੈ ਉਹ ਸਾਡੇ ਸਾਹਮਣੇ ਆ ਸਕਦੇ ਹੈ ਜੇ ਅਸੀਂ ਗੌਰ ਨਹੀਂ ਕਰਦੇ? ਅਗਰ ਆਪਾਂ ਗੌਰ ਨਹੀਂ ਕਰਦੇ, ਜੋ ਕਿ ਨਾਰਮਲੀ ਅੱਜ ਕੱਲ੍ਹ ਟੈਂਡੈਂਸੀ ਹੈ ਪਬਲਿਕ 'ਚ, ਕਿ ਕਾਫੀ ਲੇਟ ਸਟੇਜ 'ਤੇ ਉਹ ਪ੍ਰੈਜ਼ੈਂਟ ਕਰਦੇ ਹੈ ਆਪਣੇ ਕੋਲ, ਕਿਉਂਕਿ ਸਿੰਪਟਮਸ ਉਤਨਾ ਹੀ ਕਾਫੀ ਵੱਧ ਚੁੱਕੇ ਹੁੰਦੇ ਆ ਪੇਸ਼ੈਂਟਸ ਨੂੰ। ਵਧੇ ਹੋਏ ਬਿਮਾਰੀ ਦੇ ਕੁਝ ਸਿੰਪਟਮਸ ਇਹ ਹੈ ਕਿ ਪੇਸ਼ੈਂਟ ਦੇ ਪੂਰੇ ਸਰੀਰ 'ਚ ਜਦੋਂ ਬਿਮਾਰੀ ਫੈਲ ਜਾਂਦੀ ਹੈ ਤਾਂ ਉਹਨਾਂ ਨੂੰ ਭੁੱਖ ਘੱਟ ਲੱਗਦੀ ਹੈ, ਵਜਨ ਵੇਟ ਲਾਸ ਹੁੰਦਾ ਹੈ, ਸਰੀਰ 'ਚ ਜਾਨ ਨਹੀਂ ਰਹਿੰਦੀ, ਅਨੀਮੀਆ, ਇਹ ਸਭ ਤਕਲੀਫ ਹੋ ਸਕਦੀ ਹੈ, ਜਿਹਦੇ ਕਰਕੇ ਉਹ ਇਲਾਜ ਲੈਣ 'ਚ ਵੀ ਓਨਾ ਹੀ ਪ੍ਰੋਬਲਮੈਟਿਕ ਹੁੰਦਾ ਹੈ। ਜੇ ਮੰਨ ਲਓ ਪੇਸ਼ੈਂਟ ਥੋੜ੍ਹਾ ਫਿਟ ਹੈ ਤਾਂ ਹੀ ਟ੍ਰੀਟਮੈਂਟ ਵੀ ਅੱਗੇ ਪੂਰੀ ਤਰ੍ਹਾਂ ਉਹ ਕੰਪਲੀਟ ਕਰ ਸਕਦਾ ਹੈ ਅਤੇ ਅੱਗੇ ਕਿਉਰੇਬਿਲਿਟੀ ਰੇਟਸ ਜ਼ਿਆਦਾ ਹੁੰਦੀ ਹੈ। ਬਟ ਅਗਰ ਪੇਸ਼ੈਂਟ ਲੇਟ ਸਟੇਜ 'ਤੇ ਪ੍ਰੈਜ਼ੈਂਟ ਕਰਦਾ, ਇੱਕ ਤਾਂ ਉਹਦਾ ਇਲਾਜ ਹੀ ਮੁਸ਼ਕਿਲ ਹੋ ਜਾਂਦਾ ਹੈ। ਠੀਕ ਹੈ, ਪੂਰਾ ਕਿਉਰ ਰੇਟਸ ਘੱਟ ਹੋ ਜਾਂਦੇ ਆ। ਦੂਸਰਾ, ਉਹ ਇਲਾਜ ਕੈਂਸਰ ਕਰਕੇ ਵੀ ਇੰਨਾ ਵੀਕ ਹੋ ਜਾਂਦਾ ਹੈ ਕਿ ਇਲਾਜ ਵੀ ਕੰਪਲੀਟਲੀ ਪੂਰਾ ਲੈ ਨਹੀਂ ਪਾਉਂਦਾ। ਠੀਕ ਹੈ, ਤਾਂ ਉਹ ਵੀ ਇੱਕ ਕਾਰਨ ਹੋ ਜਾਂਦਾ ਲੋ ਕਿਉਰ ਰੇਟਸ ਦਾ। ਠੀਕ ਹੈ, ਤੇ ਇਸ 'ਚ ਜ਼ਿਆਦਾ ਆਪਾਂ ਨੂੰ ਇਹ ਚਾਹੀਦਾ ਕਿ ਜਦੋਂ ਹੀ ਆਪਾਂ ਨੂੰ ਜਾਂ ਤਾਂ ਆਪਣੀ ਹੈਲਥ ਲਈ ਕੌਨਸ਼ੀਅਸ ਰਹਿਣਾ ਚਾਹੀਦਾ ਹੈ ਅਤੇ ਆਪਾਂ ਨੂੰ ਕੋਈ ਵੀ ਸਿੰਪਟਮਸ ਹੈ ਤਾਂ ਜਲਦ ਤੋਂ ਜਲਦ ਉਹਨੂੰ ਆਪਦੇ ਡਾਕਟਰ ਨੂੰ ਦਿਖਾਉਣਾ ਹੈ, ਤਾਂ ਕਿ ਕੈਂਸਰ ਅਰਲੀ ਸਟੇਜ 'ਤੇ ਡਿਟੈਕਟ ਹੋ ਸਕੇ। ਔਰ ਅਰਲੀ ਸਟੇਜ 'ਤੇ ਡਿਟੈਕਟ ਹੋਊਗਾ ਤਾਂ ਆਟੋਮੈਟਿਕਲੀ ਉਹਦੀ ਕਿਉਰ ਰੇਟਸ ਵੱਧ ਜਾਂਦੀਆਂ। ਡਾਕਟਰ ਸਾਹਿਬ, ਅਸੀਂ ਜਾਣਨਾ ਚਾਹਾਂਗੇ ਕਿ ਕੈਂਸਰ ਦੀ ਡਿਟੈਕਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਸਕਰੀਨਿੰਗ ਦਾ ਕਿਸ ਤਰੀਕੇ ਨਾਲ ਰੋਲ ਹੈ, ਅਤੇ ਸਕਰੀਨਿੰਗ ਬੇਸਿਕਲੀ ਹੁੰਦੀ ਕੀ ਹੈ, ਅਸੀਂ ਆਪਣੇ ਦਰਸ਼ਕਾਂ ਲਈ ਜਾਣਨਾ ਚਾਹਾਂਗੇ। ਕੈਂਸਰ ਡਿਟੈਕਸ਼ਨ ਦੇ ਕਈ ਮੈਥਡਸ ਹੁੰਦੇ ਆ। ਠੀਕ ਹੈ, ਉਹਨਾਂ 'ਚ ਇੱਕ ਮੈਥਡ ਹੈ ਅਰਲੀ ਡਿਟੈਕਸ਼ਨ ਸਕਰੀਨਿੰਗ ਫॉर ਅਰਲੀ ਡਿਟੈਕਸ਼ਨ। ਸਕਰੀਨਿੰਗ ਕੀ ਹੁੰਦੀ ਹੈ ਕਿ ਸਕਰੀਨਿੰਗ ਆਪਾਂ ਕਰਦੇ ਹਾਂ ਥਰੂ ਸਮ ਟੈਸਟ ਇਨ ਨਾਰਮਲ ਪੋਪੂਲੇਸ਼ਨ। ਜਿਹੜੇ ਨਾਰਮਲ ਲੋਕ ਹੈ ਜਿਨ੍ਹਾਂ ਨੂੰ ਕੋਈ ਹਜੇ ਸਿੰਪਟਮਸ ਨਹੀਂ ਹੈ, ਕੋਈ ਟਾਈਪ ਦੀ ਕੈਂਸਰ ਦੀ ਬਿਮਾਰੀ ਡਿਟੈਕਟ ਨਹੀਂ ਹੋਈ ਹੈ, ਉਹਨਾਂ ਦਾ ਆਪਾਂ ਸਕਰੀਨਿੰਗ ਕਰਦੇ ਹਾਂ। ਠੀਕ ਹੈ, ਸਕਰੀਨਿੰਗ ਜਿਵੇਂ ਬ੍ਰੈਸਟ ਕੈਂਸਰ ਦੀ ਮੰਨ ਹੈ ਤਾਂ ਬ੍ਰੈਸਟ ਕੈਂਸਰ 'ਚ ਮੈਮੋਗ੍ਰਾਫੀ ਨਾਲ ਆਪਾਂ ਉਹਨਾਂ ਦੀ ਸਕਰੀਨਿੰਗ ਕਰਦੇ। ਮੈਮੋਗ੍ਰਾਫੀ ਇੱਕ ਟੈਸਟ ਹੁੰਦਾ ਜਿਹਦੇ ਨਾਲ ਐਕਸਰੇ ਦੀ ਕਿਰਨਾਂ ਨਾਲ ਬ੍ਰੈਸਟ ਦੇ ਅੰਦਰ ਕੋਈ ਵੀ ਛੋਟੀ ਮੋਟੀ ਗਿਲਟੀ, ਛੋਟੀ ਗੰਢ ਆਪਾਂ ਨੂੰ ਪਤਾ ਲੱਗ ਸਕਦੀ ਹੈ, ਜੋ ਨਾਰਮਲੀ ਜਦੋਂ ਮਹਿਸੂਸ ਹੋਣੀ ਹੋਊਗੀ ਉਸ ਵੇਲੇ ਤੱਕ ਤਾਂ ਅਬਾਊਟ ਸੈਂਟੀਮੀਟਰ 2 ਸੈਂਟੀਮੀਟਰ ਦੀ ਹੋ ਜਾਂਦੀ ਹੈ, ਤਾਂ ਕਲੀਨਿਕਲੀ ਮਹਿਸੂਸ ਹੁੰਦੀ ਹੈ। ਬਟ ਵਿਦ ਮੈਮੋਗ੍ਰਾਫੀ ਆਪਾਂ ਈਵਨ ਮਾਈਕਰੋਮੀਟਰ ਉਸ 'ਚ ਮਿਲੀਮੀਟਰਸ 'ਚ ਵੀ ਆਪਾਂ ਡਿਟੈਕਟ ਕਰ ਸਕਦੇ ਹਾਂ। ਜਿਵੇਂ ਉਸ ਨੂੰ ਆਪਾਂ ਫਿਰ ਅੱਗੇ ਟੈਸਟ ਕਰਕੇ ਆਪਾਂ ਇਸ 'ਚ ਅਰਲੀ ਡਿਟੈਕਟ ਕਰ ਸਕਦੇ ਹਾਂ ਕਿ ਹਜੇ ਤਾਈਂ ਤਾਂ ਬ੍ਰੈਸਟ 'ਚ ਵੀ ਆਪਾਂ ਨੂੰ ਪੂਰਾ ਪਤਾ ਨਹੀਂ ਲੱਗਿਆ ਸੀਗਾ, ਔਰ ਜਗ੍ਹਾ ਫੈਲਣ ਦੇ ਉਹਦੇ ਚਾਂਸਿਸ ਤਾਂ ਬਿਲਕੁਲ ਹੀ ਮਿਨੀਮਮ ਹੁੰਦੇ। ਹੋਰ ਸਕਰੀਨਿੰਗ ਮੈਥਡਸ ਜੋ ਕਿ ਅੱਜ ਕੱਲ੍ਹ ਕਰਦੇ ਹੈ, ਦੈਟ ਇਜ਼ ਫॉर ਸਰਵਿਕਸ ਕੈਂਸਰ। ਜੋ ਬੱਚੇਦਾਨੀ ਦਾ ਕੈਂਸਰ ਹੁੰਦਾ ਹੈ ਉਹਦੇ ਵਾਸਤੇ ਇੱਕ ਪੈਪਸਮੀਅਰ ਟੈਸਟ ਕੀਤਾ ਜਾਂਦਾ ਹੈ। ਪੈਪਸਮੀਅਰ ਨਾਲ ਪੂਰਾ ਬੱਚੇਦਾਨੀ ਦੇ ਸੈਲਸ ਲੇਅਰਸ ਨੂੰ ਲੈ ਕੇ ਆਪਾਂ ਉਹਨੂੰ ਐਗਜ਼ਾਮਿਨ ਕਰਦੇ ਮਾਈਕਰੋਸਕੋਪ 'ਚ, ਅਤੇ ਦੇਖਦੇ ਹਾਂ ਕਿ ਕੋਈ ਐਬਨੋਰਮਲ ਸੈਲਸ ਤਾਂ ਨਹੀਂ ਉਹਦੇ ਵਿੱਚ। ਕੁਛ ਵੀ ਐਬਨੋਰਮਲ ਸੈੱਲ ਦਿਖਦੇ ਆ ਤਾਂ ਉਸੇ ਵੇਲੇ ਆਪਾਂ ਉਹਦੀ ਟ੍ਰੀਟਮੈਂਟ ਸਟਾਰਟ ਕਰਦੇ ਹਾਂ ਤਾਂ ਕਿ ਉਹ ਅੱਗੇ ਜਾ ਕੇ ਕੈਂਸਰ ਨਾ ਬਣੇ। ਇਸੇ ਤਰੀਕੇ ਨਾਲ ਕੁਝ ਹੋਰ ਟੈਸਟ ਹੁੰਦੇ, ਜਿਵੇਂ ਪੁਰਸ਼ਾਂ 'ਚ ਦੇਖੀਏ ਤਾਂ ਪ੍ਰੋਸਟੇਟ ਕੈਂਸਰ ਵਾਸਤੇ PSA ਟੈਸਟ ਹੁੰਦਾ, ਬਲੱਡ ਦਾ ਇੱਕ ਤਰੀਕੇ ਦਾ ਟੈਸਟ ਹੈ। PSA ਟੈਸਟਿੰਗ ਆਪਾਂ ਰੈਗੂਲਰਲੀ ਈਅਰਲੀ ਮੇਲਸ 'ਚ ਕਰਾਉਂਦੇ ਆ, ਤਾਂ ਉਹਦੇ ਵਿੱਚ ਦੇਖਦੇ ਆ ਕਿ ਅਗਰ ਇਹ PSA ਲੈਵਲਸ ਰਾਈਜ਼ ਹੋ ਰਹੇ ਹੈ ਦੈਟ ਮੀਨਸ ਕਿ ਉਹਦੇ ਵਿੱਚ ਕੁਛ
ਇੱਦਾਂ ਪ੍ਰੋਸਟੇਟ 'ਚ ਪ੍ਰੋਬਲਮ ਆ ਰਹੀ ਹੈ ਤੇ ਆਪਾਂ ਉਹਨੂੰ ਅੱਗੇ ਫਰਦਰ ਇਵੈਲੂਏਟ ਕਰ ਸਕਦੇ ਹਾਂ ਤਾਂ ਕਿ ਪ੍ਰੋਸਟੇਟ 'ਚ ਅਗਰ ਮੰਨ ਲਓ ਕੋਈ ਕੈਂਸਰ ਬਣ ਵੀ ਰਿਹਾ ਹੈ ਤਾਂ अर्ਲੀ ਡਿਟੈਕਸ਼ਨ ਹੋ ਜਾਂਦੀ ਹੈ। ਇਸੇ ਤਰੀਕੇ ਦੇ ਇੱਕ ਕੋਲੋਰੈਕਟਲ ਕੈਂਸਰ ਹੈ। ਕੋਲੋਰੈਕਟਲ ਕੈਂਸਰ ਕੋਲੋਨ ਦਾ ਜਿਵੇਂ ਬੜੀ ਆਂਤ ਦਾ ਕੈਂਸਰ ਹੈ ਉਹਦੇ ਵਾਸਤੇ ਆਪਾਂ ਐਂਡੋਸਕੋਪੀ ਕਰਦੇ ਹਾਂ ਜੀ, ਠੀਕ ਹੈ। ਐਂਡੋਸਕੋਪੀ ਨਾਲ ਬਹੁਤ ਹੀ अर्ਲੀ ਸਟੇਜ ਕੈਂਸਰ ਡਿਟੈਕਟ ਹੋ ਸਕਦੇ ਹੈ। ਸਟਮਕ ਵਾਸਤੇ ਵੀ ਐਂਡੋਸਕੋਪੀ ਕੀਤੀ ਜਾਂਦੀ ਹੈ। ਲੰਗ ਵਾਸਤੇ ਹੁੰਦਾ ਹੈ ਲੋ ਡੋਜ਼ ਸੀਟੀ ਸਕੈਨ, ਜੋ ਲੋਕੀ ਸਮੋਕਰ ਹੈ ਜੀ, ਠੀਕ ਹੈ, ਇਹਨਾਂ ਦਾ ਕ੍ਰਾਈਟੇਰੀਆ ਹੁੰਦਾ ਕਿ ਜੋ 30 ਸਾਲ ਤੋਂ ਸਮੋਕਿੰਗ ਕਰ ਰਹੇ ਹੈ ਜਾਂ ਫਿਰ ਇੱਕ ਸਿਗਰਟ ਇੱਕ ਪੈਕ 30 ਸਾਲਾਂ ਤੋਂ ਕਰ ਰਹੇ ਹੈ ਜਾਂ ਫਿਰ ਜ਼ਿਆਦਾ ਪੈਕ ਲੈਸ ਈਅਰਸ 'ਚ ਕਰ ਰਹੇ ਹੈ ਤਾਂ ਉਹਨਾਂ 'ਚ ਸਿਗਨੀਫਿਕੈਂਟਲੀ ਰਿਸਕ ਵੱਧ ਜਾਂਦਾ ਲੰਗ ਕੈਂਸਰ ਹੋਣ ਦਾ। ਜੀ, ਤਾਂ ਉਹਨਾਂ ਦੀ ਆਪਾਂ ਸਕਰੀਨਿੰਗ ਇੱਕ ਤਰੀਕੇ ਨਾਲ ਸੀਟੀ ਸਕੈਨ ਦੇ ਮਾਧਿਅਮ ਨਾਲ ਕਰਦੇ ਹਾਂ ਤਾਂ ਕਿ ਕੋਈ ਵੀ अर्ਲੀ ਡਿਟੈਕਸ਼ਨ, ਕੋਈ ਵੀ अर्ਲੀ ਟਿਊਮਰ ਜੋ ਬਣ ਰਿਹਾ ਹੈ ਅੰਦਰ ਉਹਦੀ ਡਿਟੈਕਸ਼ਨ ਕੀਤੀ ਜਾ ਸਕੇ ਤਾਂ ਉਹਨੂੰ ਟ੍ਰੀਟ ਕੀਤਾ ਜਾ ਸਕੇ। ਅਦਰਵਾਈਜ਼ ਲੰਗ ਕੈਂਸਰ ਇੱਕ ਤਰੀਕੇ ਦਾ ਇੱਦਾਂ ਇੰਨੀ ਖਤਰਨਾਕ ਬਿਮਾਰੀ ਹੈ ਕਿ ਉਹ 70 to 80% ਜਦੋਂ ਪੇਸ਼ੈਂਟ ਨੂੰ ਸਿੰਪਟਮ ਆਉਂਦੇ ਹੈ ਤਾਂ ਆਲਰੇਡੀ ਫੈਲ ਚੁੱਕਿਆ ਜੀ, 80% ਲੋਕ ਆਪਣੇ ਟ੍ਰੀਟਮੈਂਟ ਦੇ ਦਾਇਰੇ ਤੋਂ ਕਈ ਵਾਰ ਬਾਹਰ ਹੋ ਜਾਂਦੇ ਆ। ਤਾਂ ਇਹਨਾਂ ਚੀਜ਼ਾਂ ਨਾਲ ਆਪਾਂ ਉਹਨੂੰ अर्ਲੀ ਡਿਟੈਕਟ ਕਰ ਸਕਦੇ। ਥੀਸ ਆਰ ਦਾ अर्ਲੀ ਸਕਰੀਨਿੰਗ ਮੈਥਡ ਜੋ ਕਿ ਨਾਰਮਲ ਪੋਪੂਲੇਸ਼ਨ 'ਚ ਹੁੰਦੇ। ਦੂਜਾ ਹੈ ਕਿ अर्ਲੀ ਡਿਟੈਕਸ਼ਨ ਵਾਸਤੇ ਹੋ ਗਿਆ ਕਿ ਆਪਦੀ ਹੈਲਥ ਵਾਸਤੇ ਆਪਾਂ ਤੁਸੀਂ ਕੰਸਰਨ ਰਹੇ ਕਿ ਨਾਰਮਲ ਆਪਦਾ ਹੈਲਥ ਚੈੱਕਅਪ ਕਰਾਉਂਦੇ ਰਹੋ ਰੈਗੂਲਰਲੀ ਔਰ ਆਪਣਾ ਬ੍ਰੈਸਟ ਦੀ ਸੈਲਫ ਐਗਜ਼ਾਮੀਨੇਸ਼ਨ ਜਾਂ ਕਲੀਨਿਕਲ ਐਗਜ਼ਾਮੀਨੇਸ਼ਨ ਕਰਾਉਂਦੇ ਰਹੇ ਤਾਂ ਜੇ ਬਣ ਵੀ ਗਿਆ ਤਾਂ अर्ਲੀ ਡਿਟੈਕਟ ਹੋ ਸਕਦਾ। ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਬ੍ਰੈਸਟ ਕੈਂਸਰ ਜਿਹੜਾ ਹੈਗਾ ਉਹ ਮਹਿਲਾਵਾਂ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਿਹਾ, ਉਹਦੀ ਤਾਦਾਦ ਵੀ ਗਿਣਤੀ ਵੱਧ ਰਹੀ ਹੈ, ਮਤਲਬ ਇਸ ਤਰੀਕੇ ਦੇ ਪੇਸ਼ੈਂਟਸ ਦੀ, ਅਤੇ ਕਈ ਲੋਕੀ ਮਹਿਲਾਵਾਂ ਜਿਹੜੀਆਂ ਨੇ ਉਹ ਇਸ ਗੱਲੋਂ ਵੀ ਘਬਰਾਉਂਦੀਆਂ ਨੇ ਬਈ ਪਤਾ ਨਹੀਂ ਇਹਦਾ ਇਲਾਜ ਹੋ ਪਾਏਗਾ ਜਾਂ ਨਹੀਂ ਹੋ ਪਾਏਗਾ, ਜਾਂ ਕਿਤੇ ਇਹ ਤਾਂ ਨਹੀਂ ਕਿ ਬ੍ਰੈਸਟ ਨੂੰ ਜਿਹੜਾ ਹੈਗਾ ਉਹ ਪੂਰੇ ਤਰੀਕੇ ਨਾਲ ਰਿਮੂਵ ਕਰ ਦਿੱਤਾ ਜਾਏਗਾ। ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਡਾਕਟਰ ਸਾਹਿਬ, ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ। ਦੇਖੋ ਅੱਜ ਕੱਲ੍ਹ ਟ੍ਰੀਟਮੈਂਟ ਮੋਡੈਲਿਟੀ ਬਹੁਤ ਹੀ ਐਡਵਾਂਸ ਹੋ ਗਿਆ ਹੈ। ਪਹਿਲਾਂ ਹੁੰਦਾ ਸੀਗਾ ਕਿ ਜਦੋਂ ਆਪਾਂ ਆਪਰੇਸ਼ਨ ਕਰਦੇ ਸੀਗੇ ਤਾਂ ਪੂਰਾ ਬ੍ਰੈਸਟ ਰਿਮੂਵ ਕਰਦੇ ਸੀ, ਬ੍ਰੈਸਟ ਦੇ ਅੰਡਰਲਾਈਨ ਮਸਲ ਵੀ, ਚੈਸਟ ਦੇ ਓਵਰ ਦੀ ਮਸਲਸ ਨੂੰ ਵੀ ਰਿਮੂਵ ਕੀਤਾ ਜਾਂਦਾ ਸੀ। ਫਿਰ ਹੌਲੀ ਹੌਲੀ ਆਪਾਂ ਨੂੰ ਪਤਾ ਲੱਗਿਆ ਕਿ ਇੰਨਾ ਸਭ ਕੁਝ, ਇੰਨੀ ਰੈਡੀਕਲ ਸਰਜਰੀ ਕਰਨ ਦੀ ਲੋੜ ਨਹੀਂ। ਫਿਰ ਇਕੱਲਾ ਬ੍ਰੈਸਟ ਰਿਮੂਵ ਕਰਨ ਲੱਗ ਗਏ, ਮਸਲਸ ਨੂੰ ਛੱਡਤਾ। ਫਿਰ ਉਸ ਤੋਂ ਬਾਅਦ ਹੋਰ ਐਡਵਾਂਸਮੈਂਟ ਆਈ ਤਾਂ ਹੁਣ ਕਹਿੰਦੇ ਕਿ ਸਿਰਫ ਉਨੀ ਕੀ ਗਿਲਟੀ ਜੋ ਕਿ ਬ੍ਰੈਸਟ ਦਾ ਮਾਸ ਹੈ, ਟਿਊਮਰ ਹੈ, ਉਹਨੂੰ ਹੀ ਰਿਮੂਵ ਕੀਤਾ ਜਾਏ ਔਰ ਬਾਕੀ ਬ੍ਰੈਸਟ ਨੂੰ ਬਚਾ ਲਿਆ ਜਾਵੇ। ਠੀਕ ਹੈ, ਤਾਂ ਉਹ ਬਚਾ ਕੇ ਬ੍ਰੈਸਟ ਨੂੰ ਪੂਰੀ ਤਰ੍ਹਾਂ ਆਪਾਂ ਨਾਰਮਲ, ਕਈ ਵਾਰੀ ਹੁੰਦਾ ਕਿ ਮਾਸ ਹੀ ਜੋ ਟਿਊਮਰ ਦਾ ਸਾਈਜ਼ ਹੀ ਉਹ ਵੀ ਕਾਫੀ ਵੱਡਾ ਹੈ ਤਾਂ ਉਹਨੂੰ ਜੇ ਆਪਾਂ ਸਿਰਫ ਟਿਊਮਰ ਵੀ ਕੱਢਾਂਗੇ ਤਾਂ ਵੀ ਬ੍ਰੈਸਟ ਦਾ ਸਾਈਜ਼ ਕੁਝ ਜ਼ਿਆਦਾ ਨਹੀਂ ਰਹਿੰਦਾ। ਤਾਂ ਉਸ ਵਾਸਤੇ ਵੀ ਕਈ ਤਰੀਕੇ ਆ ਗਏ ਕਿ ਪਹਿਲਾਂ ਆਪਾਂ ਦਵਾਈਆਂ ਦੇ ਕੇ ਕੀਮੋਥੈਰੇਪੀ ਨਾਲ ਟਿਊਮਰ ਦਾ ਸਾਈਜ਼ ਨੂੰ ਰਿਡਿਊਸ ਕਰ ਲੈਂਦੇ ਹਾਂ, ਬਹੁਤ ਹੀ ਛੋਟਾ ਸਾਈਜ਼ ਹੋ ਜਾਂਦਾ ਤਾਂ ਆਪਾਂ ਸਿਰਫ ਉਹਨਾਂ ਟਿਊਮਰ ਹੀ ਕੱਢਦੇ ਹਾਂ ਔਰ ਬ੍ਰੈਸਟ ਪੂਰਾ ਬਚ ਜਾਂਦਾ ਹੈ। ਤੇ ਇਹ ਕਾਫੀ ਸਾਈਕੋਲੋਜੀਕਲੀ ਪੇਸ਼ੈਂਟਸ ਨੂੰ ਹੈਲਪ ਕਰਦਾ ਹੈ। ਅਗਰ ਕਿਸੇ ਫੀਮੇਲ ਨੂੰ ਪੁੱਛਿਆ ਜਾਵੇ ਕਿ ਉਹਦੇ ਬ੍ਰੈਸਟ ਰਿਮੂਵ ਕਰਨ ਤੋਂ ਇਲਾਵਾ ਵੀ ਕੋਈ ਮੈਥਡ ਹੈ तो दे ऑलवेज प्रेफर कि हमारा ब्रेस्ट ਉਹਨਾਂ ਦਾ ਬ੍ਰੈਸਟ ਬਚਾ ਲਿਆ ਜਾਵੇ ਤਾਂ ਕਿਉਂਕਿ ਉਹ ਸਾਈਕੋਲੋਜੀਕਲੀ ਉਹਨਾਂ ਨੂੰ ਬਹੁਤ ਬੈਨੀਫਿਟ ਕਰਦਾ ਹੈ। ਬਿਲਕੁਲ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਆਪਣੇ ਇਹਨਾਂ ਗੱਲਾਂ ਨੂੰ ਦੱਸਦੇ ਹੋਏ ਆਪਣੇ ਜਵਾਬ ਵਿੱਚ ਜ਼ਿਕਰ ਕੀਤਾ ਕੀਮੋਥੈਰੇਪੀ ਦਾ। ਕੀਮੋਥੈਰੇਪੀ ਬੇਸਿਕਲੀ ਕੀ ਚੀਜ਼ ਹੁੰਦੀ ਹੈ ਅਤੇ ਕਦੋਂ ਸਮਝਿਆ ਜਾਂਦਾ ਹੈ ਜਾਂ ਕਦੋਂ ਡਾਕਟਰ ਇਸ ਗੱਲ ਨੂੰ ਅੰਦਾਜ਼ਾ ਲਗਾ ਲੈਂਦਾ ਵੀ ਹਾਂ ਹੁਣ ਕੀਮੋਥੈਰੇਪੀ ਤੋਂ ਇਲਾਵਾ ਇਸ ਪੇਸ਼ੈਂਟ ਦੇ ਲਈ ਕੋਈ ਚਾਰਾ ਜਿਹੜਾ ਹੈਗਾ ਉਹ ਉਸ ਦੇ ਕੋਲ ਨਹੀਂ ਹੈ? ਨਾਰਮਲੀ ਕੈਂਸਰ ਟ੍ਰੀਟਮੈਂਟ ਬਾਰੇ ਗੱਲ ਕੀਤੀ ਜਾਵੇ ਤਾਂ 3 ਤਰੀਕੇ ਦੀ ਟ੍ਰੀਟਮੈਂਟ ਹੁੰਦੀ ਹੈ। ਇੱਕ ਹੋ ਗਈ ਸਰਜਰੀ, ਕੀਮੋਥੈਰੇਪੀ, ਰੇਡੀਏਸ਼ਨ ਥੈਰੇਪੀ। ਤਾਂ ਇਸ ਤੋਂ ਇਲਾਵਾ ਹੋਰ ਹੋ ਗਿਆ ਟਾਰਗੇਟਿਡ, ਜੋ ਕਿ ਅੱਜ ਕੱਲ੍ਹ ਕਾਫੀ ਵੱਧ ਰਹੀਆਂ ਹੈ ਕਿ ਟਾਰਗੇਟਿਡ ਏਜੰਟਸ ਐਂਡ ਇਮਿਊਨੋਥੈਰੇਪੀ। ਉਹ ਵੀ ਆਪਾਂ ਜੇ ਆਪਾਂ ਕੀਮੋਥੈਰੇਪੀ 'ਚ ਇੰਕਲੂਡ ਕਰ ਲੈਂਦੇ ਹਾਂ ਫॉर द ਡਿਸਕਸ਼ਨ ਸੇਕ। ਕੀਮੋਥੈਰੇਪੀ ਇੱਕ ਇਲਾਜ ਮੋਡੈਲਿਟੀ ਹੈ ਜੋ ਕਿ ਆਲਮੋਸਟ ਸਾਰੇ ਕੈਂਸਰ 'ਚ ਹੀ ਆਪਾਂ ਕਹੀਏ ਤਾਂ ਯੂਜ਼ ਹੁੰਦੀ ਹੈ। ਠੀਕ ਹੈ, ਤਾਂ ਕੈਂਸਰ ਸੈਲਸ ਨੂੰ ਖਤਮ ਕਰਨ ਵਾਸਤੇ ਆਪਾਂ IV ਕੀਮੋਥੈਰੇਪੀ, ਇੰਜੈਕਟੇਬਲ ਜਾਂ ਓਰਲ ਕੀਮੋਥੈਰੇਪੀ ਦਾ ਯੂਜ਼ ਕਰਦੇ ਹਾਂ। ਇਸ 'ਚ ਟੈਬਲੇਟ ਫਾਰਮ ਜਾਂ ਇੰਜੈਕਸ਼ਨ ਫਾਰਮ 'ਚ ਉਹਨਾਂ ਨੂੰ
ਕੀਮੋਥੈਰੇਪੀ ਏਜੰਟ ਇੰਜੈਕਟ ਕੀਤਾ ਜਾਂਦਾ ਹੈ, ਦਿੱਤਾ ਜਾਂਦਾ ਬੋਡੀ 'ਚ ਇੰਟਰੋਡਿਊਸ ਕੀਤਾ ਜਾਂਦਾ ਹੈ, ਜਿਹਦੇ ਨਾਲ ਕੈਂਸਰ ਸੈੱਲ ਖਤਮ ਹੋ ਜਾਂਦੇ ਹੈ ਜਾਂ ਫਿਰ ਕਾਫੀ ਹੱਦ ਤੱਕ ਰਿਡਿਊਸ ਹੋ ਜਾਂਦੇ ਤਾਂ ਕਿ ਉਹ ਸਰਜੀਕਲੀ ਬਾਅਦ 'ਚ ਰਿਮੂਵ ਕੀਤੇ ਜਾਣ। ਤਾਂ ਇਹ ਇੱਕ ਤਰੀਕੇ ਦੀ ਟ੍ਰੀਟਮੈਂਟ ਮੋਡੈਲਿਟੀ ਹੈ। ਇਸ ਤੋਂ ਜ਼ਿਆਦਾ ਡਰਨ ਵਾਲੀ ਗੱਲ ਨਹੀਂ ਹੈ। ਜਿਸ ਤਰੀਕੇ ਨਾਲ ਸੋਚਦੇ ਲੋਕ ਕਿ ਕੀਮੋਥੈਰੇਪੀ ਲੱਗੂਗੀ ਤਾਂ ਪੇਸ਼ੈਂਟ ਕਾਫੀ ਜ਼ਿਆਦਾ ਉਸ ਤੋਂ ਪ੍ਰਭਾਵਿਤ ਹੋਊਗਾ। ਆਲਦੋ ਅੱਜ ਕੱਲ੍ਹ ਕੀਮੋਥੈਰੇਪੀ ਔਰ ਟਾਰਗੇਟਿਡ ਏਜੰਟ ਇੱਦਾਂ ਦੀ ਗੱਲ ਕਰੇ ਤਾਂ ਪੇਸ਼ੈਂਟ ਦੀ ਬੋਡੀ 'ਤੇ ਸਾਈਡ ਇਫੈਕਟ ਕਾਫੀ ਘੱਟ ਕਰਦੇ ਹੈ ਐਂਡ ਕੈਂਸਰ ਉੱਤੇ ਇਫੈਕਟ ਉਹਨਾਂ ਦਾ ਜ਼ਿਆਦਾ ਹੁੰਦਾ ਹੈ ਅਤੇ ਦੇ ਆਰ ਵੈਰੀ ਵੈਲ ਟੋਲਰੇਬਲ। ਉਹਨਾਂ ਦਾ ਟੋਲਰੇਟ ਕਰਨ ਦੀ ਅੱਜ ਕੱਲ੍ਹ ਇਸ ਤਰੀਕੇ ਦੀ ਥੈਰੇਪੀਜ਼ ਆ ਗਈਆਂ ਜੋ ਆਰਾਮ ਨਾਲ ਟੋਲਰੇਟ ਹੋ ਜਾਂਦੀ ਹੈ। ਡਾਕਟਰ ਸਾਹਿਬ, ਕੀਮੋਥੈਰੇਪੀ ਤੋਂ ਇਲਾਵਾ ਹੋਰ ਕਿਸ ਤਰੀਕੇ ਦਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਮੈਡੀਕਲ ਸਾਇੰਸ ਨੇ ਅੱਜ ਦੀ ਡੇਟ ਵਿੱਚ ਇਜਾਦ ਕੀਤਾ ਤਾਂ ਜੋ ਕੈਂਸਰ ਦੇ ਨਾਲ ਜੁੜੇ ਹੋਏ ਜਾਂ ਕੈਂਸਰ ਦੇ ਨਾਲ ਜੂਝ ਰਹੇ ਜਿਹੜੇ ਪੇਸ਼ੈਂਟਸ ਨੇ ਉਹ ਬੇਹਿਚਕ ਹੋ ਕੇ ਬਿਨਾਂ ਦਰਦ ਤੋਂ ਜ਼ਿਆਦਾ ਦਰਦ ਸਹੇ ਬਿਨਾਂ ਆਪਣਾ ਇਲਾਜ ਜਿਹੜਾ ਉਹ ਲੈ ਸਕਣ? ਕੀਮੋਥੈਰੇਪੀ ਇੱਕ ਟ੍ਰੀਟਮੈਂਟ ਮੋਡੈਲਿਟੀ ਹੈ। ਇਸ ਤੋਂ ਇਲਾਵਾ ਆਪਣਾ ਹੈ ਰੇਡੀਏਸ਼ਨ ਥੈਰੇਪੀ। ਰੇਡੀਏਸ਼ਨ ਥੈਰੇਪੀ 'ਚ ਆਪਣਾ ਪੇਸ਼ੈਂਟ ਨੂੰ ਇੱਕ ਮਸ਼ੀਨ 'ਚ ਲਿਟਾਇਆ ਜਾਂਦਾ ਹੈ, ਉਸ ਦੇ ਥਰੂ ਉਸ 'ਚ ਕਿਰਨਾਂ ਨਾਲ ਐਗਜ਼ੈਕਟਲੀ ਐਟ ਅ ਸਪੌਟ ਕਿ ਜਿਸ ਜਗ੍ਹਾ 'ਤੇ ਕੈਂਸਰ ਹੈ ਉਸੇ ਜਗ੍ਹਾ 'ਤੇ ਉਹ ਐਕਸਰੇ ਦੀਆਂ ਕਿਰਨਾਂ ਹੁੰਦੀਆਂ ਉਹ ਹਾਈ ਡੋਜ਼ 'ਤੇ ਦਿੱਤੇ ਜਾਂਦੇ ਤਾਂ ਕਿ ਉਹ ਕੈਂਸਰ ਬੋਡੀ ਦੇ ਅੰਦਰ ਹੀ ਖਤਮ ਕਰ ਦਿੱਤਾ ਜਾਂਦਾ। तो एक रेडिएशन मोडैलिटी है। एक तीसरी मोडैलिटी होगी सर्जरी। सर्जरी च ऑल्दो तुसीं कह रहे हो कि पेन घट दिता जाए तो ਉਹਦੇ ਵੀ ਅੱਜ ਕੱਲ੍ਹ ਨਿਊ ਟ੍ਰੀਟਮੈਂਟ ਮੋਡੈਲਿਟੀ ਇਨ ਦ ਸਰਜਰੀ ਆਲਸੋ ਨਿਊ ਐਡਵਾਂਸਮੈਂਟਸ ਆਰ ਦੇਅਰ। ਦੇ ਇਨਕਲੂਡ ਮਿਨੀਮਲੀ ਇਨਵੇਸਿਵ ਸਰਜਰੀ। ਪਹਿਲਾਂ ਹੁੰਦਾ ਸੀ ਜਿਵੇਂ ਐਬਡੋਮਨ ਦੇ ਕੈਂਸਰ ਦੀ ਕੋਈ ਗੱਲ ਕੀਤੀ ਜਾਵੇ, ਪੇਟ ਦਾ ਕੈਂਸਰ, ਕੋਲੋਨ ਦਾ ਜਾਂ ਲਿਵਰ ਦਾ ਕੈਂਸਰ, ਉਹਨੂੰ ਟ੍ਰੀਟਮੈਂਟ ਕਰਨ ਵਾਸਤੇ ਪੂਰਾ ਪੇਟ 'ਚ ਚੀਰਾ ਲੱਗਦਾ ਸੀਗਾ, ਵੱਡਾ ਚੀਰਾ ਲੱਗਦਾ ਸੀਗਾ, ਅਰਾਊਂਡ 10 to 15 ਸੈਂਟੀਮੀਟਰ ਦਾ ਚੀਰਾ ਲੱਗਦਾ। ਤਾਂ ਅੱਜ ਕੱਲ੍ਹ ਉਹ ਮਿਨੀਮਲ ਇਨਵੇਜ਼ੀਬਲ ਛੋਟੇ ਛੋਟੇ 1 ਸੈਂਟੀਮੀਟਰ ਦੇ 2 ਤੋਂ 3 ਚੀਰੇ ਲੱਗਦੇ ਆ। ਉਸ ਤੋਂ ਥਰੂ ਆਪਾਂ ਲੈਪਰੋਸਕੋਪਿਕ ਇੰਸਟਰੂਮੈਂਟ ਇੰਟਰੋਡਿਊਸ ਕਰਕੇ ਉਹ ਟਿਊਮਰ ਨੂੰ ਡਿਸੈਕਟ ਕਰਕੇ ਟਿਊਮਰ ਕੱਢ ਲਿੱਤਾ ਜਾਂਦਾ ਹੈ, ਠੀਕ ਹੈ। ਔਰ ਉਸ ਤੋਂ ਪੇਸ਼ੈਂਟ ਨੂੰ ਪੇਨ ਜਾਂ ਉਹਦੀ ਰਿਕਵਰੀ ਬਹੁਤ ਹੀ ਅਰਲੀ ਹੋ ਜਾਂਦੀ ਹੈ। ਪੇਨ ਮਿਨੀਮਮ ਹੁੰਦਾ ਹੈ, ਰਿਕਵਰੀ ਅਰਲੀ ਹੋ ਜਾਂਦੀ ਹੈ ਅਤੇ ਜੋ ਆਪਣਾ ਵੱਡੇ ਚੀਰੇ ਨਾਲ ਜੋ ਆਪਾਂ ਨੂੰ ਫਾਇਦਾ ਹੋਣਾ ਸੀ ਉਹੀ ਆਪਾਂ ਬਿਲਕੁਲ ਮਿਨੀਮਮ ਇਨਸੀਸ਼ਨਸ ਨਾਲ ਉਹਨੂੰ ਫਾਇਦਾ ਦੇ ਸਕਦੇ ਹਾਂ ਜੀ। ਤਾਂ ਅੱਜ ਕੱਲ੍ਹ ਰੋਬੋਟਿਕ ਸਰਜਰੀ ਵੀ ਆ ਗਈ ਹੈ। ਰੋਬੋਟਿਕ ਸਰਜਰੀ ਨਾਲ ਇਸ ਲੋਕੇਸ਼ਨ 'ਚ ਜੋ ਲੋਕੇਸ਼ਨਸ ਨਾਰਮਲੀ ਐਕਸੈਸਿਬਲ ਨਹੀਂ ਹੈ ਬੋਡੀ 'ਚ, ਜਿਵੇਂ ਪੈਲਵਿਸ ਹੋ ਗਿਆ ਜਾਂ ਫਿਰ ਹਾਰਟ ਦੇ ਕੋਲੇ ਹੋ ਗਿਆ, ਇਹ ਲੋਕੇਸ਼ਨਸ ਨੂੰ ਆਪਾਂ ਰੋਬੋਟਿਕ ਸਰਜਰੀ ਨਾਲ ਵੈਰੀ ਵੈਲ ਉਸ ਦੇ ਉੱਪਰ ਕੰਮ ਕਰ ਸਕਦੇ ਹਾਂ ਔਰ ਉਹ ਟਿਊਮਰ ਜੋ ਡਿਫਿਕਲਟ ਲੋਕੇਸ਼ਨ 'ਚ ਹੈ ਉਹਨਾਂ ਨੂੰ ਡਿਸੈਕਟ ਕਰ ਸਕਦੇ ਹਾਂ ਐਂਡ ਵੀ ਕੈਨ ਹੈਵ ਦੈਟ ਸੇਮ ਰਿਜ਼ਲਟਸ ਔਰ ਬੈਟਰ ਰਿਜ਼ਲਟਸ ਵਿਦ ਦ ਰੋਬੋਟਿਕ ਸਰਜਰੀ। ਬਹਰਹਾਲ ਦੋਸਤੋ, ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਇਲਾਜ ਦੇ ਲਈ ਜਿਹੜਾ ਹੈਗਾ ਉਹ ਕਈ ਤਰੀਕੇ ਦੀ ਸਰਜਰੀ ਜਿਹੜੀ ਹੈ ਉਹ ਮੈਡੀਕਲ ਸਾਇੰਸ ਦੇ ਅੰਦਰ ਮੌਜੂਦ ਹੈ। ਤੁਸੀਂ ਡਾਕਟਰ ਅਸ਼ਵਨੀ ਸਚਦੇਵਾ ਜੀ ਦੀ ਗੱਲਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਕਿ ਕੀਮੋਥੈਰੇਪੀ ਆਪਣੇ ਆਪ 'ਚ ਇੱਕ ਅਲੱਗ ਤਰੀਕੇ ਦਾ ਪ੍ਰੋਸੈਸ ਹੈ। ਇਸ ਤੋਂ ਇਲਾਵਾ ਸਰਜਰੀ ਦੀ ਗੱਲ ਉਹਨਾਂ ਨੇ ਕੀਤੀ। ਇਸ ਤੋਂ ਇਲਾਵਾ ਲੇਜ਼ਰ ਸਰਜਰੀ, ਰੇਡੀਏਸ਼ਨ ਸਰਜਰੀ ਜਿਹੜੀ ਹੈ ਉਸ ਦੇ ਬਾਰੇ ਡਾਕਟਰ ਸਾਹਿਬ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਤਾਂ ਕੈਂਸਰ ਦੇ ਨਾਲ ਜੂਝ ਰਹੇ ਜਿਹੜੇ ਮਰੀਜ਼ ਨੇ ਜਾਂ ਜਿਹੜੇ ਲੋਕ ਨੇ ਉਹਨਾਂ ਨੂੰ ਅਣਗਹਿਲੀ ਨਾ ਕਰਦੇ ਹੋਏ, ਇਹਨਾਂ ਸਰਜਰੀਜ਼ ਦਾ ਸਹਾਰਾ ਲੈਂਦੇ ਹੋਏ ਕੈਂਸਰ ਵਰਗੀ ਜਿਹੜੀ ਨਾਮੁਰਾਦ ਬਿਮਾਰੀ ਹੈ ਉਸ ਤੋਂ ਨਜਾਤ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਡਾਕਟਰ ਅਸ਼ਵਨੀ ਸਚਦੇਵਾ ਦੇ ਮੁਤਾਬਕ ਅੱਜ ਦੇ ਦੌਰ ਵਿੱਚ ਜਿਹੜਾ ਹੈਗਾ ਉਹ ਮੈਡੀਕਲ ਸਾਇੰਸ ਬਹੁਤ ਅੱਗੇ ਨਿਕਲ ਚੁੱਕੀ ਹੈ ਅਤੇ ਜਿਹੜੀ ਸਰਜਰੀ ਦਾ ਰੂਪ ਹੈ, ਸਰਜਰੀ ਕਰਨ ਦੇ ਤਰੀਕੇ ਨੇ, ਉਹ तमाम ਚੀਜ਼ਾਂ ਹੁਣ ਬਦਲ ਚੁੱਕੀਆਂ ਨੇ। ਡਾਕਟਰ ਸਾਹਿਬ, ਅਗਰ ਗੱਲ ਕੀਤੀ ਜਾਵੇ ਕੈਂਸਰ ਦੇ ਨਾਲ ਜੁੜੇ ਹੋਏ ਕੁਝ ਮਿਥਸ ਦੀ, ਲੋਕਾਂ ਦੀ ਕੋਈ ਗਲਤ ਧਾਰਨਾ ਦੀ, ਤਾਂ ਇਸ ਨੂੰ ਲੈ ਕੇ ਕਿਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਅਵੇਅਰ ਕਰਨਾ ਚਾਹੋਗੇ ਜਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਕੈਂਸਰ ਦੇ ਮਿਥ ਦੀ ਗੱਲ ਕੀਤੀ ਜਾਵੇ, ਸਭ ਤੋਂ ਪਹਿਲਾ ਮਿਥ ਜੋ ਸਾਡੇ ਕੋਲ ਪੇਸ਼ੈਂਟ ਰੈਗੂਲਰਲੀ ਆਉਂਦੇ ਆ ਉਹ ਕਹਿੰਦੇ ਹੈ ਕਿ ਕੈਂਸਰ ਨੂੰ ਡਾਇਗਨੋਸ ਕਰਨ ਵਾਸਤੇ ਜਿਵੇਂ ਆਪਾਂ ਬਾਇਓਪਸੀ ਲੈਂਦੇ ਹਾਂ, ਕੋਈ ਸੂਈ ਦੀ ਟੈਸਟ ਲੈਂਦੇ ਹਾਂ,
तो ਉਹਨਾਂ 'ਚ ਇੱਕ ਮਿਥ ਤਾਂ ਇਹ ਸਭ ਤੋਂ ਕਾਮਨ ਹੈ ਕਿ ਜਿੱਦਾਂ ਹੀ ਉਸ 'ਤੇ ਸੂਈ ਲੱਗਦੀ ਹੈ ਤਾਂ ਕੈਂਸਰ ਫੈਲਣਾ ਸ਼ੁਰੂ ਹੋ ਜਾਂਦਾ ਹੈ ਜੀ। ਤਾਂ ਇਹ ਕਹੂੰਗਾ ਕਿ ਇਹ ਤਾਂ ਬਿਲਕੁਲ ਗਲਤ ਧਾਰਨਾ ਹੈ, ਬਿਲਕੁਲ ਮਿਥ ਹੈ ਕਿ ਜਿਵੇਂ ਆਪਾਂ ਬਾਇਓਪਸੀ ਲਿੱਤੀ ਟੈਸਟ ਕਰਨ ਵਾਸਤੇ, ਉਹਦੇ ਨਾਲ ਕੋਈ ਕੈਂਸਰ ਨਾਰਮਲੀ ਫੈਲਦਾ ਨਹੀਂ ਹੈ। ਔਰ ਬਾਇਓਪਸੀ ਇੱਕ ਪਾਰਟ ਹੈ ਕੈਂਸਰ ਟ੍ਰੀਟਮੈਂਟ ਦਾ, ਜਿਸ 'ਚ ਆਪਾਂ ਉਹਨੂੰ ਡਾਇਗਨੋਸ ਕਰਦੇ ਹਾਂ। ਹਾਲਾਂਕਿ ਕੁਝ ਕੈਂਸਰ ਇੱਦਾਂ ਹੁੰਦੇ ਹੈ ਕਿ ਜੋ ਕਿ ਅਰਲੀ ਸਟੇਜ 'ਤੇ, ਜਿਵੇਂ ਓਵਰੀ ਦਾ ਹੈ, ਓਵਰੀ ਫੀਮੇਲ 'ਚ ਓਵਰੀ ਦਾ ਕੈਂਸਰ ਜੋ ਕਿ ਲਿਮਿਟਿਡ ਟੂ ਓਵਰੀ ਹੈ, ਉਹਨਾਂ 'ਚ ਆਪਾਂ ਆਟੋਮੈਟਿਕਲੀ ਬਾਇਓਪਸੀ ਨਹੀਂ ਕਰਦੇ, ਤਾਂ ਕਿ ਜਿਸ 'ਚ ਆਪਾਂ ਨੂੰ ਲੱਗਦਾ ਕਿ ਕੋਈ ਫੈਲਣ ਦਾ ਰਿਸਕ ਹੋ ਸਕਦਾ ਜਾਂ ਫਿਰ ਅਪ ਸਟੇਜ ਹੋ ਸਕਦੀ ਹੈ ਬਿਮਾਰੀ, ਉਹਨਾਂ 'ਚ ਆਟੋਮੈਟਿਕਲੀ ਨਹੀਂ ਕੀਤੀ ਜਾਂਦੀ। ਬਟ ਬਾਇਓਪਸੀ ਇਜ਼ ਐਨ ਇੰਟੀਗਰਲ ਪਾਰਟ ਆਫ ਦ ਕੈਂਸਰ ਟ੍ਰੀਟਮੈਂਟ, ਤਾਂ ਉਹਨਾਂ 'ਚ ਬਾਇਓਪਸੀ ਨਾਲ ਕੋਈ ਕੈਂਸਰ ਫੈਲਦਾ ਨਹੀਂ ਹੈ। ਦੂਸਰਾ ਹੈ ਕਿ ਚੀਰਾ ਲੱਗਣ ਨਾਲ, ਇਸੇ ਤਰੀਕੇ 'ਚ ਅੱਗੇ ਚੱਲਦੇ ਹਾਂ ਕਿ ਸਰਜਰੀ ਕਰਾਉਣ ਨਾਲ ਕੈਂਸਰ ਫੈਲ ਜਾਂਦਾ। ਹਾਂ, ਲੋਕੀ ਜ਼ਿਆਦਾਤਰ ਕਹਿੰਦੇ ਜੀ ਜਿੱਥੇ ਕੈਂਸਰ ਦੇ ਜਗ੍ਹਾ ਨੂੰ ਕੈਂਚੀ ਲੱਗੀ ਨਹੀਂ ਤੇ ਉਹ ਫੈਲ ਜਾਂਦਾ ਪੂਰੀ ਬਾਡੀ। ਜੀ, ਇਹ ਬੜੇ ਲੋਕੀ ਆ ਕੇ ਮੈਨੂੰ ਇਹੀ ਗੱਲ ਕਹਿੰਦੇ, ਉਦੋਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਕੈਂਸਰ ਟ੍ਰੀਟਮੈਂਟ 'ਚ ਸਰਜਰੀ ਇਜ਼ ਐਨ ਇੰਟੀਗਰਲ ਪਾਰਟ। ਤੇ ਕੈਂਸਰ ਜੇ ਆਪਾਂ ਟ੍ਰੀਟ ਕਰਨਾ ਹੈ ਤਾਂ ਉਹਨੂੰ ਸਰਜਰੀ ਨਾਲ ਆਪਾਂ ਪੂਰੀ ਕਿਉਰ ਕਰ ਸਕਦੇ ਹਾਂ। ਕੀ ਮੀਨ, ਆਪਾਂ ਜੇ ਸਰਜਰੀ ਕਰਕੇ ਆਪਾਂ ਪੂਰਾ ਕੱਢ ਲੈਂਦੇ ਹਾਂ ਟਿਊਮਰ ਨੂੰ, ਤਾਂ ਉਹਦਾ ਅੱਗੇ ਫੈਲਣ ਦਾ ਚਾਂਸਸ ਬਹੁਤ ਹੀ ਮਿਨੀਮਮ ਹੋ ਜਾਂਦਾ ਹੈ। ਜੇ ਕੈਂਸਰ ਮੰਨ ਲਓ ਨਹੀਂ ਨਿਕਲ ਸਕਦਾ, ਬਹੁਤ ਹੀ ਐਸੀ ਲੋਕੇਸ਼ਨ 'ਚ ਹੈ ਜੋ ਕਿ ਰਿਮੂਵੇਬਲ ਨਹੀਂ ਹੈ, ਉਹਨਾਂ ਕੈਂਸਰ 'ਚ ਹਾਫ ਟ੍ਰੀਟਮੈਂਟ ਕਰਨਾ ਜਾਂ ਫਿਰ ਪਾਰਸ਼ਲੀ ਆਪਾਂ ਟਿਊਮਰ ਨਿਕਾਲਣਾ, ਆਲਦੋ ਉਹ ਜਸਟਿਸ ਨਹੀਂ ਹੁੰਦਾ ਕਿ ਬਈ ਉਹ ਟਿਊਮਰ ਨਹੀਂ ਕੱਢਣਾ ਚਾਹੀਦਾ ਜੇ ਮੰਨ ਲਓ ਪੂਰਾ ਨਹੀਂ ਨਿਕਲ ਸਕਦਾ। ਬਟ ਸਟਿਲ ਜਿਨ੍ਹਾਂ ਲੋਕੇਸ਼ਨ 'ਚ ਪੂਰਾ ਟਿਊਮਰ ਨਿਕਲ ਜਾਂਦਾ ਹੈ, ਉਸ 'ਚ ਸਰਜਰੀ ਇਜ਼ ਦੀ ਐਡਵਾਈਜ਼ੇਬਲ ਆਪਸ਼ਨ। ਜੀ, ਬਹਰਹਾਲ ਦੋਸਤੋ, ਡਾਕਟਰ ਅਸ਼ਵਨੀ ਸਚਦੇਵਾ ਜੀ ਜਿਹੜੇ ਕੈਂਸਰ ਵਰਗੇ ਨਾਮੁਰਾਦ ਰੋਗ ਦੇ ਸਪੈਸ਼ਲਿਸਟ ਨੇ, ਉਹਨਾਂ ਦੀ ਗੱਲਾਂ ਦੇ ਰਾਹੀਂ ਸਾਫ਼ ਤਰੀਕੇ ਨਾਲ ਅੰਦਾਜ਼ਾ ਲਗਾ ਹੀ ਲਿਆ ਹੋਣਾ ਕਿ ਬਿਮਾਰੀ ਦੀ ਅਣਗਹਿਲੀ ਕਰਨ ਨਾਲੋਂ ਉਸ ਦਾ ਇਲਾਜ ਜਿਹੜਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਅਤੇ ਸਹੀ ਇਲਾਜ, ਸਹੀ ਡਾਕਟਰ ਜਿਹੜਾ ਹੈਗਾ ਉਹ ਤੁਹਾਨੂੰ ਕਿਤੇ ਨਾ ਕਿਤੇ ਉਸ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਨਿਜਾਤ ਦਿਵਾ ਸਕਦਾ ਹੈ। ਉਹਨੂੰ ਦਵਾਈਆਂ ਦਿੰਦੇ ਹੋਏ ਉਸ ਨੂੰ ਜਿਹੜਾ ਹੈਗਾ ਸਰਜਰੀ ਦੇ ਟ੍ਰੀਟਮੈਂਟ ਰਾਹੀਂ ਜਾਂ ਰੇਡੀਏਸ਼ਨ ਥੈਰੇਪੀ ਦੇ ਰਾਹੀਂ ਜਿਹੜਾ ਹੈਗਾ ਕਿਤੇ ਨਾ ਕਿਤੇ ਕੰਟਰੋਲ ਕਰਦੇ ਹੋਏ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਰਾਹਤ ਦੇ ਸਕਦਾ। ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਕੈਂਸਰ ਵਰਗਾ ਕੋਈ ਵੀ ਲੱਛਣ ਜਾਂ ਕੋਈ ਵੀ ਚੀਜ਼ ਤੁਹਾਨੂੰ ਆਪਣੇ ਸਰੀਰ 'ਤੇ ਨਜ਼ਰ ਆਉਂਦੀ ਹੈ ਜਾਂ ਲੱਗਦਾ ਵੀ ਤੁਸੀਂ ਇਸ ਨਾਮੁਰਾਦ ਰੋਗ ਦਾ ਸ਼ਿਕਾਰ ਹੋ ਸਕਦੇ ਹੋ, ਤਾਂ ਘੋਲ ਨਾ ਕਰਦੇ ਹੋਏ ਡਾਕਟਰ ਤੱਕ ਆਪਣੀ ਪਹੁੰਚ ਕਰੋ, ਆਪਣੇ ਸਾਰੇ ਟੈਸਟ ਕਰਵਾਓ, ਤੇ ਜੇ ਸਭ ਕੁਝ ਸਹੀ ਨਿਕਲਦਾ ਤਾਂ ਕੋਈ ਲੋੜ ਨਹੀਂ, ਲੇਕਿਨ ਜੇ ਕੋਈ ਗੜਬੜ ਲੱਗਦੀ ਹੈ ਜਾਂ ਕੋਈ ਕਲੂ ਮਿਲਦਾ ਕਿ ਹਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਮੈਨੂੰ ਘੇਰ ਸਕਦੀ ਹੈ, ਤਾਂ ਇਲਾਜ ਕਰਨ ਵਿੱਚ ਕਿਰਪਾ ਕਰਕੇ ਦੇਰ ਨਾ ਕਰੋ, ਡਾਕਟਰ ਤੱਕ ਪਹੁੰਚਣ ਲੱਗੇ ਦੇਰ ਨਾ ਕਰੋ। ਬਹਰਹਾਲ ਅੱਜ ਦੇ ਇਸ ਹੈਲਥ ਮੰਤਰਾ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਅਤੇ ਲੋਕਾਂ ਨੂੰ ਅਹਿਮ ਜਾਣਕਾਰੀ ਦਿੰਦੇ ਹੋਏ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਬਾਰੇ ਦੱਸਿਆ। ਬਹੁਤ ਬਹੁਤ ਧੰਨਵਾਦ ਜੀ। ਹੈਲਥ ਮੰਤਰਾ ਦਾ ਇਹ ਸਫ਼ਰ ਅੱਜ ਇੱਥੇ ਹੀ ਖਤਮ ਹੁੰਦਾ ਹੈ। ਹੈਲਥ ਮੰਤਰਾ ਦੇ ਅੱਜ ਦੇ ਸਫ਼ਰ ਦੇ ਤਹਿਤ ਸਾਡੇ ਨਾਲ ਮੌਜੂਦ ਸਨ ਡਾਕਟਰ ਅਸ਼ਵਨੀ ਸਚਦੇਵਾ ਜੀ, ਜਿਹੜੇ ਅੰਕੋਲੋਜੀ ਸਪੈਸ਼ਲਿਸਟ ਨੇ, ਯਾਨੀ ਕੈਂਸਰ ਵਰਗੇ ਨਾਮੁਰਾਦ ਰੋਗ ਦੇ ਮਾਹਰ ਡਾਕਟਰ ਨੇ। ਹੁਣ ਅਗਲੀ ਵਾਰ ਫੇਰ ਕਿਸੇ ਨਵੀਂ ਸ਼ਖਸੀਅਤ, ਨਵੇਂ ਰੋਗ ਦੇ ਮਾਹਰ ਡਾਕਟਰ ਦੇ ਨਾਲ ਹਾਜ਼ਰ ਹੋਵਾਂਗੇ ਹੈਲਥ ਮੰਤਰਾ ਦੇ ਤਹਿਤ। ਹੁਣ ਮੈਨੂੰ ਯਾਨੀ ਗਗਨਦੀਪ ਨਾਰੰਗ ਨੂੰ ਦਿਓ ਇਜਾਜ਼ਤ, ਫੇਰ ਹੋਵੇਗੀ ਤੁਹਾਡੇ ਨਾਲ ਮੁਲਾਕਾਤ। ਲੇਕਿਨ ਦੁਨੀਆ ਤੇ ਦੇਸ਼ ਦੀ ਬਾਕੀ ਖਬਰਾਂ ਦੇ ਉੱਤੇ ਆਪਣੀ ਨਜ਼ਰ ਬਣਾਏ ਰੱਖਣ ਦੇ ਲਈ ਤੁਸੀਂ ਹਰ ਵੇਲੇ ਹਰ ਸਮਾਂ ਵੇਖਦੇ ਰਹੋ ਸਿਰਫ ਅਤੇ ਸਿਰਫ TV ਪੰਜਾਬ। ਧੰਨਵਾਦ, ਸਤਿ ਸ੍ਰੀ ਅਕਾਲ।